ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਗੁਰਪ੍ਰੇਮ ਲਹਿਰੀ। ਤੁਸੀਂ ਦੇਖ ਰਹੇ ਹੋ ਦੈਨਿਕ ਜਾਗਰਣ। ਅੱਜ ਦੈਨਿਕ ਜਾਗਰਣ ਦੇ ਵਿਹੜੇ ਦੇ ਵਿੱਚ ਉਹ ਸ਼ਖਸ ਆਏ ਨੇ ਜਿਨ੍ਹਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਹੁਤ ਵੱਡੇ ਮਾਰਜਨ ਦੇ ਨਾਲ ਹਰਾਇਆ ਹੈਗਾ। ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਹੈਗਾ ਬਠਿੰਡਾ ਦੇ ਨਵੇਂ ਵਿਧਾਇਕ ਜਗਰੂਪ ਸਿੰਘ ਜੀ ਗਿੱਲ। ਤੁਹਾਡਾ ਦੈਨਿਕ ਜਾਗਰਣ ਪਹੁੰਚਣ 'ਤੇ ਬਹੁਤ ਬਹੁਤ ਸਵਾਗਤ ਹੈ ਗਿੱਲ ਸਾਹਿਬ। ਬਹੁਤ ਬਹੁਤ ਧੰਨਵਾਦ ਲਹਿਰੀ ਸਾਹਿਬ, ਤੁਹਾਡੇ ਮੈਂ ਦਫ਼ਤਰ 'ਚ ਆਇਆ, ਮਿਲ ਕੇ ਬੜੀ ਖੁਸ਼ੀ ਹੋਈ ਜੀ। ਗਿੱਲ ਸਾਹਿਬ, ਕੀ ਕਹਿਣਾ ਚਾਹੋਗੇ? ਲੋਕਾਂ ਨੇ ਇੰਨੇ ਵੱਡੇ ਮਾਰਜਨ ਦੇ ਨਾਲ ਤੁਹਾਨੂੰ ਜਿਤਾਇਆ ਹੈਗਾ। ਦੋ ਗੱਲਾਂ ਹੀ ਮੈਂ ਜਾਣਦਾ ਜੀ, ਜਾਂ ਤਾਂ ਪਰਮਾਤਮਾ ਦੀ ਕਿਰਪਾ ਹੈ ਜੀ, ਤੇ ਜਾਂ ਬਠਿੰਡੇ ਦੇ ਲੋਕਾਂ ਦੀ ਕਿਰਪਾ ਜਿਨ੍ਹਾਂ ਨੇ ਮੇਰੇ 'ਤੇ ਇੰਨਾ ਵਿਸ਼ਵਾਸ ਪ੍ਰਗਟ ਕੀਤਾ। ਜਿਹੜਾ 40-45 ਸਾਲ ਦਾ ਮੇਰਾ ਰਾਜਸੀ ਜੀਵਨ ਬਠਿੰਡੇ ਸ਼ਹਿਰ ਦਾ ਸੀ, ਔਰ ਮੈਂ ਇੱਥੇ ਸ਼ਹਿਰ ਦਾ ਪ੍ਰਧਾਨ ਰਿਹਾ, ਮਿਊਨਿਸਪਲ ਕਮੇਟੀ ਦਾ, ਲਗਾਤਾਰ ਕਾਉਂਸਲਰ ਰਿਹਾ, ਲੋਕਾਂ ਦੇ ਵਿੱਚ ਵਿਚਰਦਾ ਸੀ। ਲੋਕਾਂ ਨੇ 40 ਸਾਲ ਦੇ ਪਿਆਰ ਨੂੰ ਬਰਕਰਾਰ ਰੱਖਿਆ ਔਰ ਉਹਨਾਂ ਨੇ ਸਾਬਤ ਕਰਤਾ ਵੀ ਜਿਹੜਾ ਵਿਅਕਤੀ ਜੀ ਲੋਕਾਂ ਦੇ ਨਾਲ, ਲੋਕਾਂ ਦੇ ਵਿੱਚ, ਲੋਕਾਂ ਲਈ ਵਿਚਰਦਾ ਹੈ ਜੀ, ਲੋਕ ਉਸ ਦਾ ਸਾਥ ਦੇ ਦਿੰਦੇ। ਬਿਲਕੁਲ। ਤੁਸੀਂ ਕੀ ਮੰਨਦੇ ਹੋ ਕਿ ਜਿਹੜੀ ਜਿੱਤ ਆ ਜਗਰੂਪ ਸਿੰਘ ਗਿੱਲ ਦੀ ਹੋਈ ਹੈ, ਮਤਲਬ ਉਹਨੂੰ ਸਿੰਪਥੀ ਵੋਟ ਲਾ ਲਓ, ਤੁਹਾਡੀ ਸ਼ਖਸੀਅਤ ਨੂੰ ਲਾ ਲਓ, ਇਹ ਵੋਟ ਪਈ ਹੈ, ਜਾਂ ਮਨਪ੍ਰੀਤ ਦਾ ਵਿਰੋਧ ਹੀ ਇੰਨਾ ਸੀ ਕਿ ਸਾਰੇ ਜਿਹੜਾ ਬਠਿੰਡਾ ਹੈ ਉਹ ਤੁਹਾਡੇ ਵੱਲੋਂ ਲਾਰ ਹੋ ਗਿਆ? ਦੇਖੋ, ਜਗਰੂਪ ਸਿੰਘ ਗਿੱਲ ਕਦੇ ਆਪਦੀ ਜਿੱਤ ਨਹੀਂ ਮੰਨਦਾ। ਭਾਵੇਂ ਮੈਂ ਕੌਂਸਲ ਦੀਆਂ ਚੋਣਾਂ ਲੜਿਆ, ਕਾਰਪੋਰੇਸ਼ਨ ਦੀਆਂ ਲੜਿਆ, ਜੀ, ਜਿੱਤ ਬਠਿੰਡੇ ਦੇ ਲੋਕਾਂ ਦੀ ਹੋਈ ਹੈ। ਮੈਂ ਨਾ ਤਾਂ ਕਦੇ ਆਪਦੀ ਮਿਊਨਿਸਪਲ ਕਮੇਟੀ ਦੀ ਜਾਂ ਕਾਰਪੋਰੇਸ਼ਨ ਦੀ ਚੋਣ ਆਪ ਲੜੀ ਹੈ। ਮੇਰੇ ਇਲਾਕੇ ਦੇ ਲੋਕ, ਮੇਰੇ ਵਾਰਡ ਦੇ ਲੋਕ ਮੇਰੀ ਚੋਣ ਲੜਦੇ ਰਹੇ। ਜਿਹੜੀ ਆਹ ਚੋਣ ਵਿਧਾਇਕ ਦੀ ਚੋਣ ਮੈਂ ਲੜੀ ਜੀ, ਹੁਣ ਸਾਰਾ ਸ਼ਹਿਰ ਮੇਰਾ ਹਲਕਾ ਸੀ। ਮੈਨੂੰ ਇਸ ਗੱਲ ਦੀ ਮਾਨਸਿਕ ਤਸੱਲੀ ਹੈ, ਮੇਰੀ ਚੋਣ ਸ਼ਹਿਰ ਦੇ ਹਰ ਉਸ ਵੋਟਰ ਨੇ ਲੜੀ, ਹਰ ਉਸ ਵਿਅਕਤੀ ਨੇ ਲੜੀ ਜੀ, ਜਿਹੜਾ ਇਹ ਸੋਚ ਨੂੰ ਅਪਣਾਇਆ ਹੋਇਆ ਸੀ ਕਿ ਇੱਕ ਇਮਾਨਦਾਰ ਅਤੇ ਜਿਹੜੀਆਂ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਜੀ, ਉਹਨੂੰ ਸਤਿਕਾਰ ਦੇ ਕੇ ਸਮਾਜ ਦੇ ਵਿੱਚ ਰਾਜਨੀਤੀ 'ਚ ਅੱਗੇ ਵਧਾਉਣਾ ਚਾਹੀਦਾ, ਤਾਂ ਕਿ ਰਾਜਨੀਤੀ ਦੇ ਵਿੱਚ ਹੋਰ ਲੋਕਾਂ ਨੂੰ ਵਿਸ਼ਵਾਸ ਹੋ ਸਕੇ ਕਿ ਜੇ ਕੋਈ ਇਮਾਨਦਾਰੀ ਨਾਲ ਕੰਮ ਕਰਦਾ, ਲੋਕ ਉਹਨੂੰ ਅਪਣਾ ਲੈਂਦੇ ਆ। ਜਿੱਤ ਲੋਕਾਂ ਦੀ ਹੈ। ਬਿਲਕੁਲ। ਤਾਂ ਗਿੱਲ ਸਾਹਿਬ, ਤੁਸੀਂ ਕੀ ਮੰਨਦੇ ਹੋ ਕਿ ਮਨਪ੍ਰੀਤ ਬਾਦਲ ਦੀ ਐਡੀ ਵੱਡੀ ਜਿਹੜੀ ਹੈਗੀ ਹਾਰ ਹੋਈ ਹੈ, ਜਿਹਦਾ ਸ਼ਾਇਦ ਅੰਦਾਜ਼ਾ ਉਹਨੂੰ ਆਪਣੇ ਆਪ ਨੂੰ ਵੀ ਨਹੀਂ ਹੋਣਾ ਕਿ ਮੇਰੀ ਹਾਰ ਇੰਨੀ ਭੈੜੀ ਹੋਣੀ ਆ, ਤਾਂ ਉਹ ਕਿਹੜੇ ਖਾਸ ਮੁੱਦੇ ਰਹੇ ਜਿਹੜੇ ਮਨਪ੍ਰੀਤ ਨੂੰ ਲੈ ਕੇ ਬਹਿ ਗਏ? ਦੇਖੋ, ਮਨਪ੍ਰੀਤ ਸਿੰਘ ਬਾਦਲ ਦੀ ਜਿਹੜੀ ਕਿਸੇ ਕੈਂਡੀਡੇਟ ਦੀ ਹਾਰ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਜੀ, ਕਿਉਂਕਿ ਜਿੱਤ ਤੇ ਹਾਰ ਦੋਹਾਂ 'ਚੋਂ ਇੱਕ ਚੀਜ਼ ਕਿਸੇ ਦੇ ਹਿੱਸੇ ਆਉਣੀ ਹੁੰਦੀ ਹੈ। ਹੁਣ ਜਿੱਤ ਮੇਰੇ ਹਿੱਸੇ ਆ ਗਈ, ਤੁਸੀਂ ਕਹਿੰਦੇ ਹੋ ਹਾਰ ਮਨਪ੍ਰੀਤ ਦੇ ਹਿੱਸੇ ਆ ਗਈ। ਮੈਂ ਹਾਰ ਨਹੀਂ, ਮਨਪ੍ਰੀਤ ਨੂੰ ਉਸ ਦੇ ਪਿਛਲੇ ਕੰਮਾਂ 'ਤੇ ਜਾਂ ਉਸ ਦੀ ਝੂਠ ਦੀ ਰਾਜਨੀਤੀ ਜਿਹੜੀ ਉਹ 5 ਸਾਲ ਉਸਨੇ ਕੀਤੀ, 2017 ਦੇ ਵਿੱਚ ਚੋਣ ਲੜਨ ਆਏ ਸੀ ਜੀ, ਆਪਦਾ ਜਾਤੀ ਮੈਨੀਫੈਸਟੋ ਜਾਰੀ ਕੀਤਾ, ਪਾਰਟੀ ਦਾ ਮੈਨੀਫੈਸਟੋ ਜਾਰੀ ਕੀਤਾ, ਲੋਕਾਂ ਦੇ ਨਾਲ ਵਾਅਦੇ ਕੀਤੇ ਥਰਮਲ ਪਲਾਂਟ ਚਾਲੂ ਕਰਨ ਦੇ, ਰੁਜ਼ਗਾਰ ਦੇ, ਨਸ਼ਿਆਂ ਨੂੰ ਖਤਮ ਕਰਨ ਦੇ, ਗੁੰਡਾਗਰਦੀ ਖਤਮ ਕਰਨ ਦੇ, ਅਵਾਰਾ ਪਸ਼ੂਆਂ ਦੀ ਪ੍ਰਬੰਧ ਦੇ। ਉਹ ਸਾਰੇ ਮੁੱਦਿਆਂ 'ਤੇ ਮਨਪ੍ਰੀਤ ਸਿੰਘ ਨੇੜੇ ਤੇੜੇ ਨਹੀਂ ਢੁੱਕ ਸਕਿਆ, ਅਤੇ ਬਾਅਦ ਦੇ ਵਿੱਚ ਇਸ ਗੱਲ 'ਤੇ ਆ ਗਿਆ ਕਿ ਉਸਨੇ ਗਲੀਆਂ ਨਾਲੀਆਂ ਪੱਕੀਆਂ ਕਰਾਈਆਂ। 2017 ਜਦੋਂ ਚੋਣ ਲੜਿਆ ਸੀ, ਉਦੋਂ ਕਹਿੰਦਾ ਸੀ ਕਿ ਗਲੀਆਂ ਨਾਲੀਆਂ ਪੱਕੀਆਂ ਕਰਾ ਦੇਣਾ ਕੋਈ ਡਿਵੈਲਪਮੈਂਟ ਨਹੀਂ ਹੁੰਦੀ। ਡਿਵੈਲਪਮੈਂਟ ਉਦੋਂ ਹੁੰਦੀ ਹੈ ਜਦੋਂ ਲੋਕਾਂ ਦੀ ਆਮਦਨ 'ਚ ਵਾਧਾ ਹੋਵੇ, ਲੋਕ ਸੌਖੀ ਰੋਟੀ ਖਾ ਸਕਣ। ਉਹ ਫਿਰ ਉਸ ਦੀ ਜਿਹੜੀ ਡੈਫੀਨੇਸ਼ਨ ਉਹਨੇ ਡਿਵੈਲਪਮੈਂਟ ਦਿੱਤੀ, ਉਹ ਕਰ ਨਹੀਂ ਸਕਿਆ। ਲੋਕਾਂ ਨੇ ਇਕੱਲਾ ਫਿਰ ਉਸ ਨੂੰ ਹਰਾਇਆ ਨਹੀਂ, ਉਹ ਸ਼ਹਿਰ ਦੇ ਵਿੱਚ ਕਬਜ਼ੇ ਹੋਏ, ਨਸ਼ਾ ਵੱਧ ਗਿਆ, ਮਰਡਰ ਹੋਏ, ਲੋਕਾਂ ਨੇ ਫਿਰ ਉਹਨੂੰ ਨਕਾਰਤਾ, ਰਿਜੈਕਟ ਕਰਤਾ। ਹਾਰ ਹੁੰਦੀ ਹੈ ਜੇ ਕੋਈ ਥੋੜ੍ਹੀ ਬਹੁਤੀ ਵੋਟ 'ਤੇ ਹਾਰ ਜੇ ਜੀ। ਉਹ ਤਾਂ ਮਨਪ੍ਰੀਤ ਸਿੰਘ ਬਾਦਲ ਦੀ ਤਾਂ ਜੇ ਖਬਰ ਅਸਲ ਇਹ ਹੈ ਕਿ ਅਸੀਂ 14 ਕੈਂਡੀਡੇਟ ਲੜ ਰਹੇ ਸੀ, 14 ਚੋਂ 12 ਕੈਂਡੀਡੇਟਾਂ ਦੀ ਜ਼ਮਾਨਤ ਜਿਹੜੀ ਹੈ ਉਹ ਜ਼ਬਤ ਹੋ ਗਈ ਜੀ, ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦੀ ਜੀ। ਖਬਰ ਤਾਂ ਇਹ ਸੀ ਕਿ ਮਨਪ੍ਰੀਤ ਸਿੰਘ ਬਾਦਲ 2000 ਵੋਟ ਵੱਧ ਲੈ ਕੇ ਆਪਦੀ ਜ਼ਮਾਨਤ ਬਚਾਉਣ 'ਚ ਕਾਮਯਾਬ ਹੋਇਆ। ਬਿਲਕੁਲ, ਜ਼ਮਾਨਤ ਜ਼ਬਤ ਹੋ ਜਾਣੀ ਸੀ। 29,000 ਰੁਪਏ, 26,666 ਤੇ ਜਿਹੜੀ ਜ਼ਮਾਨਤ ਜ਼ਬਤ, ਉਹ ਜ਼ਮਾਨਤ ਬਚਾਉਣ 'ਚ ਕਾਮਯਾਬ ਹੋ ਗਿਆ। ਬਿਲਕੁਲ। ਜਿਸ ਤਰ੍ਹਾਂ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਹੈ ਕਿ ਮਨਪ੍ਰੀਤ ਬਾਦਲ ਇਹਨਾਂ ਨੂੰ ਪੂਰੇ ਕਰਨ ਦੇ ਵਿੱਚ ਬੁਰੀ ਤਰ੍ਹਾਂ ਨਾਕਾਮ ਰਿਹਾ, ਉਹ ਜਿਹੜੇ ਮੁੱਦੇ ਸੀਗੇ ਅੱਜ ਵੀ ਮੂੰਹ ਅੱਡੀ ਖੜੇ ਨੇ, ਉਹ ਸਾਰੇ ਮੁੱਦੇ ਜਸ ਦੇ ਤਸ ਨੇ।
ਤਾਂ ਤੁਸੀਂ ਉਹਨਾਂ ਦੇ ਨਾਲ ਕਿਵੇਂ ਟੈਕਲ ਕਰੋਗੇ, ਉਹਨਾਂ ਦਾ ਕਿਵੇਂ ਸਾਹਮਣਾ? ਦੇਖੋ, ਆਮ ਆਦਮੀ ਪਾਰਟੀ ਨੇ 4 ਗਰੰਟੀਆਂ ਦਿੱਤੀਆਂ ਨੇ ਜੀ। 300 ਯੂਨਿਟ ਬਿਜਲੀ ਮਾਫੀ ਦੀ, 1000 ਰੁਪਏ ਔਰਤਾਂ ਨੂੰ ਮਾਣ ਭੱਤਾ ਦੇਣ ਦੀ ਜੀ, ਹੈਲਥ ਸਿਸਟਮ ਨੂੰ ਵਧੀਆ ਕਰਨ ਦੀ ਜੀ, ਤੇ ਐਜੂਕੇਸ਼ਨ ਵਧੀਆ ਕਰਨ ਦੀ 4 ਗਰੰਟੀਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਨੇ। ਔਰ ਇਹ ਚਾਰੇ ਗਰੰਟੀਆਂ ਆਮ ਆਦਮੀ ਪਾਰਟੀ 100% ਪੂਰੀਆਂ ਕਰੂਗੀ। ਜਿੱਥੋਂ ਤੱਕ ਅਗਲੇ ਜਿਹੜੇ ਮੁੱਦੇ ਤੁਸੀਂ ਕਹਿੰਦੇ ਹੋ ਮੂੰਹ ਅੱਡੀ ਖੜੇ ਹੈ, ਇਹਨਾਂ ਮੁੱਦਿਆਂ ਦੇ ਉੱਤੇ ਇਹ ਕਈ ਮਸਲੇ ਸਟੇਟ ਲੈਵਲ ਦੇ ਮਸਲੇ ਨੇ। ਬਠਿੰਡੇ ਸ਼ਹਿਰ ਦੀ ਗੱਲ ਨਹੀਂ, ਨਸ਼ੇ ਦਾ ਜੇ ਮੁੱਦਾ ਅੱਜ ਵੀ ਸਟੇਟ ਦੇ ਵਿੱਚ ਹੈ ਜੀ। ਪਾਰਟੀ ਦੀ ਨੀਤੀ ਹੈ ਕਿ ਨਸ਼ਿਆਂ ਦੇ ਪ੍ਰਕੋਪ ਨੂੰ ਰੋਕਣ ਲਈ ਯਤਨ ਕੀਤੇ ਜਾਣ ਹੋਣਗੇ। ਅਨਇੰਪਲੋਇਮੈਂਟ ਮੁੱਦਾ ਹੈ, ਇੰਡਸਟਰੀ ਆਏ ਬਿਨਾਂ ਇੰਪਲੋਇਮੈਂਟ ਮਿਲ ਨਹੀਂ ਸਕਦੀ ਜੀ। ਆਮ ਆਮ ਆਦਮੀ ਪਾਰਟੀ ਦੀ ਇਹ ਵੀ ਨੀਤੀ ਹੈ ਕਿ ਇੰਡਸਟਰੀ ਨੂੰ, ਉਦਯੋਗ ਨੂੰ ਉਤਸ਼ਾਹਿਤ ਕਰਕੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਆਉਣ ਵਾਲਾ ਸਮਾਂ ਲੋਕਾਂ ਨੂੰ ਦੱਸੇਗਾ। ਮੈਂ ਹੁਣ ਇੱਥੇ ਕੋਈ ਵੱਡੇ ਦਾਅਵੇ ਨਹੀਂ ਕਰ ਸਕਦਾ, ਕਿਉਂਕਿ ਇਹ ਮੈਂ ਕੋਈ ਨਾ ਤਾਂ ਲੈਜਿਸਲੇਟਿਵ ਹੈੱਡ ਹੈ, ਨਾ ਮੈਂ ਪਾਰਟੀ ਦਾ ਪ੍ਰਧਾਨ ਹੈ। ਪਰ ਜੋ ਸਾਡੇ ਪਾਰਟੀ ਦੇ ਉਤਲੇ ਆਗੂਆਂ ਨੇ ਸਟੇਜਾਂ ਤੋਂ ਕਿਹਾ, ਮੈਨੂੰ ਲੱਗਦੀ ਕਰਕੇ ਹਟਣਗੇ। ਰੁਜ਼ਗਾਰ ਵਾਸਤੇ ਵੀ ਉਪਰਾਲੇ ਕੀਤੇ ਜਾਣਗੇ ਜੀ। ਸ਼ਹਿਰ ਦੇ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਹੈ, ਇਹਦੇ 'ਚ ਬੜੀਆਂ ਜਿਹੜੀਆਂ ਭਾਵਨਾਤਮਕ ਗੱਲਾਂ ਜੁੜੀਆਂ ਹੋਣੀਆਂ ਜੀ। ਇੱਕ ਪਾਸੇ ਅਸੀਂ ਗਊ ਨੂੰ ਗਊ ਮਾਤਾ ਮੰਨਦੇ ਹਾਂ ਔਰ ਉਸ ਦੀ ਪੂਜਾ ਕਰਦੇ ਹਾਂ ਜੀ। ਦੂਜੇ ਪਾਸੇ ਜਦੋਂ ਉਹੀ ਗਊ ਮਾਤਾ ਸੜਕਾਂ ਦੇ ਉੱਤੇ ਗੰਦਗੀ ਦੇ ਢੇਰਾਂ 'ਚ ਮੂੰਹ ਮਾਰਦੀ ਦੇਖਦੇ ਹਾਂ, ਪਲਾਸਟਿਕ ਖਾਂਦੀ ਦੇਖਦੇ ਹਾਂ, ਭੁੱਖ ਨਾਲ ਉਸ ਦੀਆਂ ਮੌਤਾਂ ਦੇਖਦੇ ਹਾਂ, ਉਸ 'ਤੇ ਦੁੱਖ ਵੀ ਹੁੰਦਾ ਹੈ। ਬਿਲਕੁਲ। ਇਸ ਦਾ ਕੋਈ ਪੁਖਤਾ ਹੱਲ ਕੱਢਣ ਦੇ ਲਈ ਉਤਲੇ ਪੱਧਰ ਦੀ ਕੋਈ ਯੋਜਨਾ ਬਣਾਈ ਜਾ ਸਕਦੀ ਹੈ, ਜਿਹਦੇ ਬਾਰੇ ਯਤਨ ਕਰਾਂਗੇ ਤਾਂ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ। ਅਵਾਰਾ ਪਸ਼ੂਆਂ ਦੀ ਸਮੱਸਿਆ ਜਿੱਥੇ ਟ੍ਰੈਫਿਕ ਦੇ ਵਿੱਚ ਉਨੀਆਂ ਮੌਤਾਂ ਜੰਗ 'ਚ ਨਹੀਂ ਹੁੰਦੀਆਂ ਜਿੰਨੀਆਂ ਐਕਸੀਡੈਂਟਾਂ ਨਾਲ ਹੋ ਗਈਆਂ। ਔਰ ਪਸ਼ੂਆਂ ਦੇ ਨਾਲ ਅੱਜ ਹਾਈਵੇ ਦੇ ਉੱਤੇ ਸ਼ਹਿਰ ਦੇ ਵਿੱਚ ਬਹੁਤ ਵੱਡੇ ਐਕਸੀਡੈਂਟ ਹੋ ਰਹੇ ਨੇ, ਇਹਨਾਂ ਨੂੰ ਰੋਕਣ ਦੀ ਲੋੜ ਹੈ ਜੀ। ਔਰ ਅਵਾਰਾ ਪਸ਼ੂਆਂ ਦੇ ਲਈ ਮੈਂ ਤਾਂ ਇਹ ਵੀ ਪ੍ਰਪੋਜ਼ ਕਰੂੰਗਾ ਜੀ, ਮੈਨੂੰ ਨਹੀਂ ਪਤਾ ਇਹ ਕਿੱਥੋਂ ਤੱਕ ਸਾਰਥਕ ਹੋਏਗਾ। ਅੱਜ ਮੈਂ ਇਸ ਗੱਲ ਨੂੰ ਇੱਕ ਪ੍ਰਪੋਜ਼ਲ ਹੀ ਗਿਣ ਰਿਹਾ ਜੀ, ਇਹਨੂੰ ਕੋਈ ਗਰੰਟੀ 'ਚ ਨਾ ਲਵੇ ਕਿ ਮੈਂ ਗਰੰਟੀ ਦੇ ਲਈ ਕਹਿ ਰਿਹਾ ਕਰਾਂਗੇ ਜੀ। ਗਊਸ਼ਾਲਾਵਾਂ ਬਣਾਉਣ ਦੇ ਲਈ ਜਗ੍ਹਾਵਾਂ ਚਾਹੀਦੀਆਂ, ਸਭ ਤੋਂ ਪਹਿਲੀ ਗੱਲ। ਮੇਰੀ ਸਰਕਾਰ ਨੂੰ ਪ੍ਰਪੋਜ਼ਲ ਹੋਊ ਵੀ ਜਿਹੜੀਆਂ ਸ਼ਹਿਰਾਂ ਦੇ ਨੇੜੇ ਜਾਂ ਵੱਡੀਆਂ ਨਹਿਰਾਂ ਜਾਂ ਵੱਡੇ ਸੂਏ ਨੇ, ਉਸ ਦੇ ਨਾਲ ਜਿਹੜੀਆਂ ਜਗ੍ਹਾਵਾਂ ਨੇ ਉੱਥੇ ਬਹੁਤ 100-100 ਸਾਲ ਪੁਰਾਣੇ ਦਰਖਤ ਹੈ। ਬਿਲਕੁਲ। ਗਊ ਇੱਕ ਅਜਿਹਾ ਪਸ਼ੂ ਆ ਜਿਹੜਾ ਦਰਖਤਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਬਿਲਕੁਲ। ਅਗਰ ਉਹਨਾਂ ਨੂੰ 4 ਚੁਫੇਰੋਂ ਕਵਰ ਕਰਕੇ ਓਪਨ ਗਊਸ਼ਾਲਾਵਾਂ ਵਿਚਾਲੇ ਸ਼ੈੱਡ ਬਣਾ ਦਿੱਤੇ ਜਾਣ ਕਿਤੇ ਕਿਤੇ, ਤੇ ਸਾਨੂੰ ਜਗ੍ਹਾ ਦੀ ਲੋੜ ਨਹੀਂ ਪੈਣੀ। ਲੋਕ ਸਾਡੇ ਧਾਰਮਿਕ ਹੈ, ਕੋਈ ਸਰਕਾਰ ਮਦਦ ਕਰੇ ਤਾਂ ਇਸ ਦੇ ਹੱਲ ਵੱਲ ਵਧਿਆ ਜਾ ਸਕਦਾ ਹੈ। ਮੈਂ ਜਾਤੀ ਪ੍ਰਪੋਜ਼ਲ ਮੇਰੀ ਸਮਝੋ, ਇਹ ਪ੍ਰਪੋਜ਼ਲ ਮੈਂ ਸਰਕਾਰ ਕੋਲ ਲੈ ਕੇ ਜੀ। ਜਿਸ ਤਰ੍ਹਾਂ ਤੁਸੀਂ ਕਈ ਮੁੱਦਿਆਂ ਦੀ ਗੱਲ ਕੀਤੀ ਹੈਗੀ ਹੈ, ਇਸੇ ਤਰ੍ਹਾਂ ਇੱਕ ਬਠਿੰਡੇ ਦੀ ਗੱਲ ਕਰੀਏ ਤਾਂ ਬਠਿੰਡਾ ਕੀ ਪੂਰਾ ਪੰਜਾਬ ਦੇ ਵਿੱਚ ਵੀ ਇਹ ਵੱਡਾ ਮੁੱਦਾ ਹੈਗਾ ਕਰਪਸ਼ਨ ਦਾ। ਸਰਕਾਰੀ ਤੰਤਰ ਦੇ ਵਿੱਚ ਜਿਹੜਾ ਹੈਗਾ ਬੜਾ ਮੋਟਾ ਪੈਸਾ ਚੱਲਦਾ ਹੈ। ਆਮ ਬੰਦਾ ਜਾਂਦਾ ਕੋਈ ਛੋਟੇ ਮੋਟੇ ਕੰਮ ਦੇ ਲਈ 20-50 ਰੁਪਈਆਂ ਤੋਂ ਲੈ ਕੇ ਲੱਖਾਂ ਰੁਪਏ ਤੱਕ ਰਿਸ਼ਵਤ ਲਈ ਜਾਂਦੀ ਹੈਗੀ ਹੈ। ਤਾਂ ਇਹਨੂੰ ਠੱਲ ਕਿਵੇਂ ਪਾਓਗੇ? ਇਹਦੇ ਲਈ ਕੱਲ੍ਹ ਜਿਹੜੀ ਹੈਗੀ ਪ੍ਰੈਸ ਕਾਨਫਰੰਸ ਕੀਤੀ ਸੀ ਕਾਂਗਰਸ ਦੇ ਜਿਹੜਾ ਹੈਗੇ ਨੇ ਚੇਅਰਮੈਨ ਰਹੇ ਨੇ ਇੰਪਰੂਵਮੈਂਟ ਟਰਸਟ ਦੇ ਅਗਰਵਾਲ ਸਾਹਿਬ, ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੇ ਜਿਹੜੇ ਕਾਰਜਕਾਲ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਕਰਪਸ਼ਨ ਹੋਈ ਹੈਗੀ ਹੈ, ਚਾਹੇ ਨਿਗਮ ਹੋਵੇ ਚਾਹੇ ਇੰਪਰੂਵਮੈਂਟ ਟਰਸਟ ਹੋਵੇ। ਦੇਖੋ ਲੈਰੀ ਸਾਹਿਬ, ਜੇ ਇੱਕ ਕੇਵਲ ਕ੍ਰਿਸ਼ਨ ਅਗਰਵਾਲ ਵਰਗਾ ਬੰਦਾ ਜਿਹੜਾ ਬਹੁਤ ਸੀਨੀਅਰ ਕਾਂਗਰਸੀ ਆਗੂ ਹੈ ਜੀ, ਇਸ ਗੱਲ ਨੂੰ ਮੈਂ ਉਹ ਆਪਦੀ ਪਾਰਟੀ ਦੇ ਮੈਂ ਦੋਸ਼ ਹੀ ਕਹਿੰਦਾ ਕਨਫੈਸ ਕਰਦਾ ਕਿ ਕਾਂਗਰਸ ਦੇ ਰਾਜ 'ਚ ਬਹੁਤ ਵੱਡੀ ਕਰਪਸ਼ਨ ਹੋਈ ਹੈ। ਬਿਲਕੁਲ। ਤੇ ਸਹੀ ਹੈ, ਲੋਕ ਵੀ ਕਹਿੰਦੇ ਆ ਔਰ ਲੋਕਾਂ ਨੇ ਉਸ ਦੀ ਸਜ਼ਾ ਵੀ ਦਿੱਤੀ ਹੈ ਕਾਂਗਰਸ ਪਾਰਟੀ ਜੀ ਜੀ। ਜਿੱਥੋਂ ਤੱਕ ਕਰਪਸ਼ਨ ਨੂੰ ਰੋਕਣ ਦਾ ਸਵਾਲ ਹੈ, ਜੇ ਆਪਾਂ ਕਹੀਏ ਵੀ ਇੱਕ ਥਾਣੇ ਦੇ ਵਿੱਚ ਵੱਧ ਤੋਂ ਵੱਧ 50-60-70 ਬੰਦਿਆਂ ਦੀ ਨਫਰੀ ਹੁੰਦੀ ਹੈ, ਇੱਕ ਥਾਣੇਦਾਰ ਜਾਂ ਇੱਕ ਸਿਪਾਹੀ ਹਰ ਘਰ ਅੱਗੇ ਪਹਿਰਾ ਨਹੀਂ ਦੇ ਸਕਦਾ, ਨਾ ਦਿੰਦਾ ਜੀ। ਬਿਲਕੁਲ। ਉਸ SHO ਦੀ ਐਡਮਿਨਿਸਟ੍ਰੇਸ਼ਨ ਜਿਹਦੀ ਚੰਗੀ ਹੈ, ਜਿਹਨੇ ਡਰ ਬਹਾਤਾ ਉੱਥੇ ਕ੍ਰਾਈਮ ਕਰਨ ਵਾਲੇ ਲੋਕਾਂ 'ਤੇ, ਕਿ ਕ੍ਰਾਈਮ ਖਤਮ ਹੋ ਜਾਂਦਾ ਜਾਂ ਘਟ ਜਾਂਦਾ। ਬਿਲਕੁਲ।
ਆਮ ਆਦਮੀ ਪਾਰਟੀ ਨੇ ਕਿਹਾ ਅਸੀਂ ਕਰਪਸ਼ਨ ਦੇ ਉੱਤੇ ਕਾਬੂ ਪਾਵਾਂਗੇ। ਅਜੇ ਆਮ ਆਦਮੀ ਪਾਰਟੀ ਦੀ ਸਰਕਾਰ ਸਹੁੰ ਸੀਐਮ ਨੇ ਨਹੀਂ ਚੁੱਕੀ। ਤੁਸੀਂ ਪਿਛਲੇ 4 ਦਿਨ ਦਾ ਬਠਿੰਡੇ ਸ਼ਹਿਰ 'ਚ ਫਿਰ ਕੇ ਦੇਖ ਲਓ ਤੇ ਮੈਨੂੰ ਲੱਗਦਾ ਉਹਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ। ਬਿਲਕੁਲ ਤਹਿਸੀਲ ਦੇ ਵਿੱਚ ਰਜਿਸਟਰੀਆਂ ਧੜਾਧੜ ਹੋ ਰਹੀਆਂ ਨੇ। ਕਾਰਪੋਰੇਸ਼ਨ ਦੇ ਵਿੱਚ ਹੁਣ ਜਿਹੜੇ CLU ਵਾਸਤੇ ਫਾਈਲਾਂ ਡੀਕਦੀਆਂ ਨੇ ਤੁਰਨ ਲੱਗ ਗਈਆਂ। ਮੈਂ ਹੁਣੇ ਹੀ ਇੱਥੋਂ ਆ ਰਿਹਾ ਸੀ, ਇੱਕ ਇੱਥੇ ਗਲੀ ਲੱਗੀ ਸੀ ਜਿਹੜੀ ਸ਼ਾਇਦ ਇਲੈਕਸ਼ਨ ਦੇ ਦੌਰਾਨ ਲਾ ਕੇ ਇਲੈਕਸ਼ਨ ਦੇ ਦੌਰਾਨ ਪੱਟ ਕੇ ਫੇਰ ਲਾਤੀ ਸੀ। ਫੇਰ ਸਿਰੂ ਨੂੰ ਜਿਹੜੀ ਸਿੱਧੀ ਫੇਰ ਸਿਰੂ ਜਾਂਦੀ ਹੈ ਹੁਣ ਫਿਰ ਮੇਰਾ ਖੜੋਂ ਪੱਟੀ ਜਾਂਦੇ। ਉਹ ਇਹੋ ਜਿਹੇ ਕੰਮ ਹੈ, ਅਧਿਕਾਰੀਆਂ ਨੂੰ ਪਤਾ ਸਭ ਕੁਛ ਹੁੰਦਾ। ਜਦੋਂ ਦੇਖਦੇ ਵੀ ਇਸ 'ਤੇ ਐਕਸ਼ਨ ਵੀ ਹੋ ਸਕਦਾ ਹੈ ਫਿਰ ਉਹ ਉਸ ਪਾਸਾ ਵੱਟ ਕੇ ਸਹੀ ਰਸਤਾ ਅਖਤਿਆਰ ਕਰ ਲੈਂਦੇ ਆ, ਕਰਪਸ਼ਨ ਕਰਬ ਹੋ ਸਕਦੀ ਹੈ। ਜੀ ਇੱਕ ਜਿਹੜਾ ਸੀਗਾ ਬਠਿੰਡਾ ਨਗਰ ਨਿਗਮ ਦੀ ਗੱਲ ਕਰੀਏ ਤਾਂ ਨਗਰ ਨਿਗਮ ਦੇ ਵਿੱਚ ਜਿਹੜਾ ਹੈਗਾ ਮਤਲਬ ਤੁਹਾਨੂੰ ਮੇਅਰ ਨਹੀਂ ਬਣਾਇਆ ਗਿਆ, ਹਾਲਾਂਕਿ ਡਿਜ਼ਰਵ ਤੁਸੀਂ ਕਰਦੇ ਸੀ, ਸੀਨੀਅਰਟੀ ਤੁਹਾਡੀ ਬਣਦੀ ਸੀਗੀ, ਪਰ ਤੁਹਾਨੂੰ ਚਲੋ ਕਿਸੇ ਕਾਰਨ ਕੋਈ ਵੀ ਰਹੇ ਇੱਕ ਫਰੈਸ਼ਰ ਜਿਹੜੀ ਹੈਗੀ ਹੈ ਬੀਬਾ ਉਹਨਾਂ ਨੂੰ ਮੇਅਰ ਬਣਾ ਦਿੱਤਾ ਗਿਆ। ਹੁਣ ਤੁਹਾਡੀ ਪਾਰਟੀ ਦੀ ਸਰਕਾਰ ਆ ਗਈ ਹੈ ਤਾਂ ਕਿਤੇ ਨਾ ਕਿਤੇ ਉਹਦੇ ਮਨ ਦੇ ਵਿੱਚ ਵੀ ਇਹ ਤੌਖਲਾ ਹੈਗਾ ਕਿ ਜਿਹੜੀ ਹੈਗੀ ਮੇਅਰਸ਼ਿਪ ਹੁਣ ਉਹਦੇ ਕੋਲੇ ਨਹੀਂ ਰਹਿਣੀ। ਤਾਂ ਮੇਰੇ ਜਿਹੜਾ ਧਿਆਨ 'ਚ ਇਹ ਵੀ ਆਇਆ ਕਿ ਕੁਝ ਜਿਹੜੇ MC ਹੈਗੇ ਨੇ ਉਹ ਤੁਹਾਡੇ ਸੰਪਰਕ ਦੇ ਵਿੱਚ ਆ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਨੂੰ। ਤਾਂ ਕੀ ਫਿਊਚਰ ਹੋਏਗਾ ਬਠਿੰਡਾ ਨਗਰ ਨਿਗਮ ਦਾ? ਦੇਖੋ ਲਹਿਰੀ ਸਾਹਿਬ, ਜਿਹੜੀ ਅੱਜ ਕਾਂਗਰਸ ਪਾਰਟੀ ਕੋਲੇ ਬਹੁਤ ਵੱਡਾ ਮੈਂਡੇਟ ਹੈ ਨਗਰ ਨਿਗਮ ਬਠਿੰਡਾ 'ਚ 41 MC ਹੈ ਉਹਨਾਂ ਪਾਸ। ਬਿਲਕੁਲ ਮੈਂ ਲੋਕਤੰਤਰ 'ਚ ਵਿਸ਼ਵਾਸ ਰੱਖਣ ਵਾਲਾ ਬੰਦਾ ਜੀ। ਮੈਂ 1992 ਦੇ ਵਿੱਚ ਆਪੋਜੀਸ਼ਨ ਦੀ ਕਮੇਟੀ ਨੂੰ ਰਨ ਕੀਤਾ ਹੈ ਔਰ ਮੈਨੂੰ ਆਪੋਜੀਸ਼ਨ ਦੀ ਕਮੇਟੀ ਦੇ ਵਿੱਚ ਜਿਹੜੇ ਤੌਖਲੇ ਹੁੰਦੇ ਉਹਨਾਂ ਬਾਰੇ ਵੀ ਪਤਾ ਹੈ। ਪਰ ਮੈਂ ਇਹ ਕਦੇ ਨਹੀਂ ਚਾਹੁੰਦਾ ਕਿ ਚੁਣੀ ਹੋਈ ਕਾਰਪੋਰੇਸ਼ਨ ਨੂੰ ਜੇ ਸਹੀ ਕੰਮ ਕਰੇ ਡਿਸਟਰਬ ਕੀਤਾ ਜਾਵੇ। ਮੈਂ ਸਭ ਤੋਂ ਪਹਿਲਾਂ ਮੈਂ ਅੱਜ ਵੀ MC ਹਾਂ, ਉਹਨਾਂ ਸਾਰੇ ਸਾਥੀਆਂ ਨੂੰ ਅਨਆਫੀਸ਼ੀਅਲੀ ਇੱਕ ਬੇਨਤੀ ਕਰੂੰ ਮੀਟਿੰਗ ਵਾਸਤੇ। ਉਹਨਾਂ ਨੂੰ ਕਹੂੰ ਵੀ ਮੈਂ ਵੀ ਚੁਣਿਆ ਸ਼ਹਿਰ ਦਾ ਨੁਮਾਇੰਦਾ, ਤੁਸੀਂ ਵੀ ਚੁਣੇ ਨੁਮਾਇੰਦੇ ਹੋ, ਸ਼ਹਿਰ ਆਪਣਾ ਸਾਰਿਆਂ ਦਾ ਜੀ। ਜੇ ਬਠਿੰਡੇ ਸ਼ਹਿਰ ਦੀ ਡਿਵੈਲਪਮੈਂਟ ਸਹੀ ਲੀਹਾਂ 'ਤੇ ਇਕੱਠੇ ਹੋ ਕੇ ਕੀਤੀ ਜਾ ਸਕਦੀ ਹੈ ਅਤੇ ਉਸ ਦੇ ਮੈਂਬਰ ਨੂੰ ਚਲਾਉਣਾ ਚਾਹੁੰਦੇ, ਜੇ ਮੈਂਬਰ ਹੀ ਆਪਦੀ ਆਪ ਨੂੰ ਤੋੜਨਾ ਚਾਹੁੰਦੇ ਉਸ 'ਚ ਮੈਂ ਕੁਛ ਕਰ ਨਹੀਂ ਸਕਣਾ। ਜੇ ਮੈਂਬਰ ਨੂੰ ਚਲਾਉਣਾ ਚਾਹੁੰਦੇ ਆ, ਸ਼ਹਿਰ ਦੀ ਬਿਹਤਰੀ ਹੋ ਰਹੀ ਹੈ, ਜਗਰੂਪ ਸਿੰਘ ਲਾਸਟ ਵਿਅਕਤੀ ਹੋਏਗਾ ਜਿਹੜਾ ਬਿਲਾ ਵਜ੍ਹਾ ਰਾਜਨੀਤਿਕ ਟਕਰਾਓ 'ਚ ਪਵੇ। ਜੇ ਉਹ ਫਿਰ ਵੀ ਨਹੀਂ ਮੰਨਦੇ, ਮੈਂ ਸ਼ਹਿਰ ਦੇ ਪਤਵੰਤੇ ਬੰਦੇ ਜਿਹੜੇ ਸਾਥੋਂ ਵੀ ਵੱਧ ਇੰਟੈਲੈਕਚੁਅਲ ਕਈ ਬੰਦੇ ਹੈ ਜਿਹੜੇ ਇਸ ਚੋਣਾਂ ਦੀ ਖਲ ਜਗਨ 'ਚ ਨਹੀਂ ਪੈਣਾ ਚਾਹੁੰਦੇ, ਉਹਨਾਂ ਨੂੰ ਵੀ ਬੇਨਤੀ ਕਰੂੰ ਕਿ ਇਕੱਠੇ ਕਰਕੇ ਆਪਾਂ ਇਹਦੇ ਸ਼ਹਿਰ ਦੀ ਡਿਵੈਲਪਮੈਂਟ, ਸ਼ਹਿਰ ਦੀ ਬਿਹਤਰੀ ਵਾਸਤੇ ਸੋਚੀਏ। ਜੇ ਕਈ ਵਾਰ ਉਹ ਟਕਰਾਅ ਸ਼ੁਰੂ ਕਰ ਲੈਣ, ਉਹ ਕਹਿਣ ਕਿ ਜੇ ਸਰਕਾਰ ਜਿਹੜਾ ਕੰਮ ਕਰਦੀ ਹੈ ਉਹ ਅਸੀਂ ਚੱਲਣ ਨਹੀਂ ਦੇਣਾ ਕਿਉਂਕਿ ਸਾਡੇ ਕੋਲ ਮੈਜੋਰਟੀ ਹੈ, ਫਿਰ ਸਰਕਾਰਾਂ ਕੋਲ ਅਲਟਰਨੇਟਿਵ ਸਾਧਨ ਹੁੰਦੇ ਆ। ਸ਼ਹਿਰ ਦਾ ਨੁਕਸਾਨ ਨਹੀਂ ਹੋਣ ਮੈਂ ਦੇਵਾਂਗਾ, ਫਿਰ ਉਹ ਜਿਹੜੇ ਅਲਟਰਨੇਟਿਵ ਸਾਧਨ ਸਰਕਾਰਾਂ ਦੇ ਹੁੰਦੇ ਆ ਉਹ ਸਰਕਾਰਾਂ ਵਰਤਣਗੀਆਂ ਜੀ। ਤਾਂ ਪਿਛਲੇ ਸਮੇਂ ਦੇ ਦੌਰਾਨ ਕੁਝ ਘਪਲੇ ਜਿਹੜੇ ਸੀਗੇ ਉਹ ਸਾਹਮਣੇ ਆਏ, ਤਾਂ ਜਿਹੜਾ ਅਸੀਂ ਅਗਰਵਾਲ ਸਾਹਿਬ ਨੇ ਵੀ ਇੱਕ ਜਿਹੜਾ ਸੀਗਾ ਮਾਮਲਾ ਉਜਾਗਰ ਕੀਤਾ ਕਿ ਜਿਹੜਾ ਬੱਸ ਸਟੈਂਡ ਬਣਾਉਣਾ ਸੀਗਾ ਉਹ ਪ੍ਰੋਜੈਕਟ ਇੰਪਰੂਵਮੈਂਟ ਟਰਸਟ ਦਾ ਸੀ, ਪਰ ਉਹਨੂੰ ਉਹਨਾਂ ਦੀ ਬਿਨਾਂ ਉਹਨਾਂ ਦੀ ਰਾਏ ਲਏ, ਬਿਨਾਂ ਉਹਨਾਂ ਦੇ ਸਿਗਨੇਚਰ ਹੋਏ, ਬਿਨਾਂ ਉਹਨਾਂ ਦੀ ਅਪਰੂਵਲ ਦੇ ਜਿਹੜਾ ਹੈਗਾ ਉਹ ਨਗਰ ਨਿਗਮ ਨੂੰ ਸੌਂਪ ਦਿੱਤਾ, ਉਹਨੇ ਟੈਂਡਰ ਜਾਰੀ ਕਰ ਦਿੱਤੇ ਗਏ। ਤਾਂ ਇਸ ਤਰ੍ਹਾਂ ਦੇ ਹੋਰ ਬੜੇ ਘਪਲੇ ਨੇ ਕਿ ਉਹਨਾਂ ਦੀ ਜਿਹੜੀ ਹੈਗੀ ਜਾਂਚ ਕੀਤੀ ਜਾਏਗੀ। ਉਹਨਾਂ ਨੇ ਤੁਹਾਡੇ ਤੋਂ ਜਾਂਚ ਦੀ ਮੰਗ ਵੀ ਕੀਤੀ ਸੀ। ਦੇਖੋ, ਮੈਂ ਪੂਰੀ ਤੌਰ 'ਤੇ ਇਸ ਕਰਕੇ ਨਹੀਂ ਕਹਿ ਸਕਦਾ ਜਿੰਨਾ ਚਿਰ ਫਾਈਲ ਸਟੱਡੀ ਨਾ ਕੀਤੀ ਹੋਵੇ ਉਸ 'ਤੇ ਕੁਛ ਕਹਿਣਾ ਨਹੀਂ ਚਾਹੀਦਾ। ਉਹ ਉਹਨਾਂ ਨੇ ਕਿਸ ਮਨਜ਼ੂਰੀ ਦੇ ਨਾਲ ਉਸ ਨੂੰ ਉੱਧਰ ਟ੍ਰਾਂਸਫਰ ਕੀਤਾ, ਵਿੱਤ ਮੰਤਰੀ ਨੇ ਡਾਇਰੈਕਟ ਫੰਡਿੰਗ ਕਰਕੇ ਕੀਤਾ ਜਾਂ ਟਰਸਟ ਦੇ ਫੰਡਿੰਗ ਨਾਲ ਕੀਤਾ, ਉਹਨਾਂ ਨੂੰ ਵਾਪਸ ਲਿਆਂਦਾ ਜਾ ਸਕਦਾ ਜਾਂ ਨਹੀਂ ਲਿਆਂਦਾ ਜਾ ਸਕਦਾ। ਇਹ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਫਾਈਲਾਂ ਨੂੰ ਦੇਖਣਾ ਪੈਂਦਾ। ਪਰ ਜਾਤੀ ਤੌਰ 'ਤੇ ਮੈਂ ਉਦੋਂ ਵੀ ਇਸ ਗੱਲ ਦੇ ਉਲਟ ਸੀ ਕਿ ਟਰਸਟ ਦੇ ਵਿੱਚ ਵੀ ਉਹੀ ਇੰਜੀਨੀਅਰ ਹੈ, ਉਹੀ ਐਕਸੀਨ ਹੈ, ਉਹੀ JE ਹੈ, ਉਹੀ ਐਡਮਿਨਿਸਟ੍ਰੇਸ਼ਨ ਹੈ। ਜੇ ਉਹ ਟਰਸਟ ਦਾ ਕੰਮ ਟੈਕਨੀਕਲੀ ਠੀਕ ਚਲਾ ਸਕਦੇ ਹੈ ਅਤੇ ਮੈਨੂੰ ਨਹੀਂ ਲੱਗਦਾ ਸੀ ਵੀ ਕੋਈ ਕਾਰਪੋਰੇਸ਼ਨ 'ਚ ਐਡੇ ਵੱਡੇ ਸਪੈਸ਼ਲਿਸਟ ਇੰਜੀਨੀਅਰ ਸੀਗੇ ਜਿਹੜੇ ਬੱਸ ਸਟੈਂਡ ਨੂੰ ਬਣਾਉਣੀ ਜਾਣਦੇ ਹੋਣ। ਉਹ ਕੰਮ ਕਿਸੇ ਅਦਾਰੇ ਦਾ ਕੰਮ ਕਿਸੇ ਅਦਾਰੇ ਤੋਂ ਲੈਣਾ ਨਹੀਂ ਚਾਹੀਦਾ, ਉਸੇ ਅਦਾਰੇ ਨੂੰ ਕਰਨ ਦੇਣਾ ਚਾਹੀਦਾ, ਉਸ 'ਤੇ ਗੌਰ ਕੀਤਾ ਜਾਊਗਾ। ਜਿੱਥੋਂ ਤੱਕ ਤੁਸੀਂ ਕਿਹਾ ਕੇਵਲ ਅਗਰਵਾਲ ਜੀ ਨੇ ਉਸ 'ਤੇ ਦੋਸ਼ ਲਾਏ ਹੈ, ਜੇ ਉਹ ਕਿਉਂਕਿ 3-4 ਸਾਲ ਟਰਸਟੀ ਰਹੇ ਹੈ, ਜੇ ਕੋਈ ਇਹੋ ਜਿਹੀ ਗੱਲ ਉਹ ਧਿਆਨ 'ਚ ਲਿਆਉਣਗੇ ਉਹਦੀ ਪੜਤਾਲ ਹੋ ਸਕਦੀ ਹੈ ਕੋਈ ਖਾਸ ਕਰਕੇ।
ਔਰ ਜੇ ਆਪਾਂ ਗੱਲ ਕਰੀਏ ਪਿਛਲੇ ਸਮੇਂ ਦੇ ਦੌਰਾਨ ਕਾਫੀ ਚਰਚਾ ਦੇ ਵਿੱਚ ਰਿਹਾ ਹੈ ਕਿ ਬਠਿੰਡਾ ਦੇ ਵਿੱਚ ਕਾਫੀ ਜਿਹੜੇ ਹੈਗੇ ਨੇ ਟੈਕਸ ਲੱਗੇ ਨੇ, ਕੁਝ ਓਫੀਸ਼ੀਅਲੀ ਕੁਝ ਅਨਓਫੀਸ਼ੀਅਲੀ ਵੀ, ਤਾਂ ਉਹਨਾਂ ਦੇ ਬਾਰੇ ਕੀ ਟਿੱਪਣੀ ਹੈ ਔਰ ਲੋਕ ਕੀ ਐਕਸਪੈਕਟ ਕਰਨ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਿ ਕਿਸ ਤਰ੍ਹਾਂ ਦੇ ਟੈਕਸਾਂ ਤੋਂ ਉਹਨਾਂ ਨੂੰ ਰਾਹਤ ਮਿਲੂਗੀ? ਦੇਖੋ, ਜਿਹੜੇ ਕਾਨੂੰਨ ਦੇ ਜੱਦ 'ਚ ਆਉਂਦੇ ਟੈਕਸ ਹੈ ਜੀ, ਸਰਕਾਰਾਂ ਕੋਲੇ ਕੋਈ ਸਪੈਸ਼ਲ ਕਰੰਸੀ ਚੈਸਟ ਨਹੀਂ ਹੁੰਦੀ ਜਿਹੜੀ ਉਹਦੇ ਕੋਲੋਂ ਵਰਤਣੀ ਹੁੰਦੀ ਹੈ। ਲੋਕਾਂ ਦੇ ਟੈਕਸ ਦੀ ਕਲੈਕਸ਼ਨ ਨੂੰ ਯੋਗ ਤਰੀਕੇ ਨਾਲ ਵਰਤਣਾ ਸਰਕਾਰਾਂ ਦਾ ਕੰਮ ਹੁੰਦਾ। ਜੀ ਬਿਲਕੁਲ। ਜਿਹੜੇ ਤਾਂ ਸਹੀ ਤੇ ਕਾਨੂੰਨ ਅਨੁਸਾਰ ਟੈਕਸ ਲੱਗੇ ਹੈ, ਜਿਹੜੇ ਬਿਲਾ ਵਜ੍ਹਾ ਲੋਕਾਂ ਦੇ ਬੋਝ ਜੀ ਉਹਨੂੰ ਨਾ ਮੈਂ ਰੋਕ ਸਕਦਾ ਨਾ ਸਰਕਾਰਾਂ ਰੋਕ ਸਕਣ। ਜੀ, ਜਿਹੜੇ ਇੱਥੇ ਕੋਈ ਇਲੀਗਲ ਟੈਕਸ ਕਹਿੰਦੇ ਸੀ, ਗ੍ਰੈਟੀਫਿਕੇਸ਼ਨ, ਰਿਸ਼ਵਤ ਜਾਂ ਉਹਦੇ ਅਲਟਰਨੇਟਿਵ ਦੇ ਵਿੱਚ ਦਬਾਅ 'ਚ ਕੋਈ ਪੈਸੇ ਲੋਕਾਂ ਤੋਂ ਲੈ ਜਾਂਦੇ ਸੀ, ਉਹਨਾਂ 'ਤੇ ਮੇਰਾ ਖਿਆਲ ਰੋਕ ਪੂਰੀ ਤਰ੍ਹਾਂ ਲੱਗ ਗਈ। ਇੱਕ ਇਹ ਗੱਲ ਵੀ ਚਰਚਾ ਦੇ ਵਿੱਚ ਰਹੀ ਹੈ ਕਿ ਬਠਿੰਡਾ ਦੇ ਵਿੱਚ ਜਿਹੜੀਆਂ ਕਾਫੀ ਇਲੀਗਲ ਕੰਸਟਰਕਸ਼ਨ ਕੀਤੀਆਂ ਗਈਆਂ ਨੇ, ਜਿੱਥੇ 1.5 ਮੰਜ਼ਿਲ ਬਿਲਡਿੰਗ ਦੀ ਅਪਰੂਵਲ ਸੀਗੀ, ਉੱਥੇ 5-5 6-6 ਮੰਜ਼ਿਲਾ ਬਿਲਡਿੰਗਾਂ ਬਣੀਆਂ ਹੈਗੀਆਂ ਨੇ। ਔਰ ਇਹ ਵੀ ਚਰਚਾ ਦੇ ਵਿੱਚ ਹੈ ਕਿ 2 ਲੱਖ 3 ਲੱਖ ਰੁਪਇਆ ਪਰ ਮੰਜ਼ਿਲ ਇਹ ਉਹਨਾਂ ਤੋਂ ਜਿਹੜਾ ਹੈਗਾ ਚਾਰਜ ਕੀਤਾ ਜਾਂਦਾ ਸੀਗਾ। ਦੇਖੋ, ਇਹ ਅਨਆਫੀਸ਼ੀਅਲ ਗੱਲਾਂ ਨੇ ਜੀ, ਜੇ ਕੋਈ ਇਹੋ ਜਿਹੀ ਗੱਲ ਹੋਈ ਦੇਖ ਲਈ ਜਾਏਗੀ ਨਾ। ਚਲੋ, ਜਿਹੜਾ ਅਨਆਫੀਸ਼ੀਅਲ ਤਾਂ ਉਹ ਹੈ ਕਿ ਜਿਹੜੇ ਪੈਸੇ ਵਗੈਰਾ ਦੀ ਗੱਲ ਹੈਗੀ ਹੈ, ਇਹ ਤਾਂ ਆਫੀਸ਼ੀਅਲ ਇਹ ਤਾਂ ਸਭ ਦੇ ਸਾਹਮਣੇ ਕਿ ਜਿੱਥੇ 1.5 ਮੰਜ਼ਿਲ ਦੀ ਅਪਰੂਵਲ ਆ ਉੱਥੇ 6-6 ਮੰਜ਼ਿਲਾ ਬਿਲਡਿੰਗਾਂ ਬਣੀਆਂ ਹੋਈਆਂ ਨੇ। ਦੇਖੋ, ਇਹ ਸਭ ਗੱਲਾਂ ਦੋ ਨੇ ਜੀ। ਜਿਹੜੀਆਂ ਇਲੀਗਲ ਕੰਸਟਰਕਸ਼ਨ ਹੈ ਪਿਛਲੇ ਸਮੇਂ ਸਾਰੇ ਪੰਜਾਬ 'ਚ ਹੋਈਆਂ ਜੀ, ਉਹ ਲੋਕ ਪਹਿਲਾਂ ਤਾਂ ਜਿਹੜੀ ਤੁਸੀਂ ਪਹਿਲੀ ਗੱਲ ਕਹੀ ਹੈ ਵੀ ਚਰਚਾ, ਮੈਂ ਚਰਚਾ ਦੀ ਗੱਲ ਕਰਦਾ ਵੀ ਵੱਡੇ ਪੱਧਰ 'ਤੇ ਪੈਸੇ ਲੈ ਕੇ ਕੰਸਟਰਕਟ ਕਰਾ ਦੀਆਂ। ਪਹਿਲੀ ਵਾਰ ਤਾਂ ਮੈਂ ਸਮਝਦਾ ਫਿਰ ਉਹ ਲੋਕ ਉਦੋਂ ਲੁੱਟੇ ਗਏ। ਦੂਜੀ ਵਾਰ ਜਦੋਂ ਢਾਉਣ ਲੱਗ ਜਾਣ ਸਰਕਾਰਾਂ, ਉਹ ਫਿਰ ਲੁੱਟੇ ਜਾਣਗੇ। ਸਰਕਾਰਾਂ ਇਸ 'ਤੇ ਗੌਰ ਕਰਨਗੀਆਂ। ਮੇਰਾ ਜਾਤੀ ਵਿਚਾਰ ਇਹ ਹੈ ਵੀ ਜੇ ਕਾਨੂੰਨ ਦੇ ਵਿੱਚ ਕੋਈ ਤਬਦੀਲੀ ਕਰਕੇ ਇੱਕ ਵਾਰ, ਜਿਵੇਂ ਵਨ ਟਾਈਮ ਸੈਟਲਮੈਂਟ ਹੁੰਦੀ ਹੈ, ਉਸ ਦਾ FAR ਵਧਾ ਕੇ ਜਾਂ ਕਿਸੇ ਵੀ ਤਰ੍ਹਾਂ ਨੂੰ ਰੈਗੂਲਰ ਕਰ ਦਿਓ, ਇੱਕ ਤਾਂ ਹਜ਼ਾਰਾਂ ਕਰੋੜ ਰੁਪਇਆ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸਾ ਆ ਜਾਂਦਾ ਹੈ। ਦੂਜਾ, ਅੱਗੇ ਤੋਂ ਸਖਤੀ ਕਰ ਦੇਣੀ ਚਾਹੀਦੀ। ਬਿਲਕੁਲ, ਵੀ ਅੱਗੇ ਤੋਂ ਸਖਤੀ ਹੋ ਜਾਵੇ ਤੇ ਜਿਹੜੀ ਪਿਛਲੀਆਂ ਹੈਗੀਆਂ ਉਹਨਾਂ ਨੂੰ ਰੈਗੂਲਰ ਕਰਤਾ ਜਾਵੇ, ਲੋਕਾਂ ਤੋਂ ਜਿਹੜਾ ਬਣਦਾ ਟੈਕਸ ਉਹ ਪ੍ਰਭਾਵ ਸਰਕਾਰ ਦੇ ਖਜ਼ਾਨੇ 'ਚ ਪੈਸਾ ਆਵੇ। ਬਿਲਕੁਲ ਬਿਲਕੁਲ। ਤਾਂ ਲਾਸਟ ਸਵਾਲ ਹੈਗਾ ਕਿ ਹੁਣ ਤੁਹਾਡੇ ਜੇ ਆਪਾਂ 1 ਬਾਈ 1 ਦੀ ਗੱਲ ਕਰੀਏ ਤਾਂ 5 ਪ੍ਰਾਇਓਰਟੀ ਦੇ ਤੁਹਾਡੇ ਬਠਿੰਡਾ ਸ਼ਹਿਰ ਦੇ ਲਈ ਕੀ ਮੁੱਦੇ ਨੇ ਤੁਹਾਡੇ? ਦੇਖੋ, ਜਿਹੜੇ ਕੁਝ ਮੁੱਦੇ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ। ਸਟੇਟ ਦੇ ਤੇ ਸ਼ਹਿਰਾਂ ਦੇ ਹੈ ਸਾਰੇ, ਜਿਹਦੇ ਸ਼ਾਮਲ ਆ, ਬਠਿੰਡਾ ਵੀ ਸ਼ਾਮਲ ਹੈ, ਜਿਹਦੇ 'ਚ ਅਨਇੰਪਲੋਇਮੈਂਟ ਦਾ ਮੁੱਦਾ ਹੈ ਜੀ, ਅਵਾਰਾ ਪਸ਼ੂਆਂ ਦਾ ਮੁੱਦਾ ਹੈ ਜੀ। ਸ਼ਹਿਰ ਦੇ ਲੋਕ, ਜਿਵੇਂ ਬਠਿੰਡੇ ਸ਼ਹਿਰ ਨਾਲ ਸੰਬੰਧਿਤ ਹੈ, ਬਾਰਿਸ਼ਾਂ ਦੇ ਪਾਣੀ ਦਾ ਮੁੱਦਾ ਹੈ ਸਭ ਤੋਂ ਵੱਡਾ ਮੁੱਦਾ। ਇੱਥੇ ਲੋਕਲ ਟ੍ਰੈਫਿਕ ਦਾ ਮੁੱਦਾ ਹੈ, ਚੋਰੀਆਂ ਹੁੰਦੀਆਂ ਨੇ, ਇੱਥੇ CCTV ਕੈਮਰੇ ਲਗਾਏ ਜਾ ਸਕਦੇ ਹੈ। ਉਹ ਸਾਰੀਆਂ ਗੱਲਾਂ ਹਾਈਪੋਥੈਟੀਕਲੀ ਨਹੀਂ ਕਰਨੀਆਂ ਚਾਹੀਦੀਆਂ। ਇਸ ਦੇ ਉੱਤੇ ਇੱਕ ਯੋਜਨਾ ਬਣਾਉਣੀ ਚਾਹੀਦੀ ਹੈ ਸਰਕਾਰ ਨੂੰ, ਸਾਰੇ ਸ਼ਹਿਰਾਂ ਨੂੰ ਇੱਕ ਯੂਨਿਟ ਮੰਨ ਕੇ, ਕਿਉਂਕਿ ਸਮੱਸਿਆਵਾਂ ਲਗਭਗ ਸਾਰੇ ਸ਼ਹਿਰਾਂ ਦੀਆਂ ਇੱਕੋ ਹੀ ਹੈ ਔਰ ਉਸ 'ਤੇ ਅਮਲ ਕਰਨਾ ਚਾਹੀਦਾ ਹੈ। ਮੈਂ ਵੀ ਯਤਨ ਕਰੂੰਗਾ ਕਿ ਮੇਰਾ ਸ਼ਹਿਰ ਜੋ ਯੋਜਨਾਵਾਂ ਬਣਨ ਉਸ ਸ਼ਾਮਲ ਹੋਵੇ ਜੀ। ਜੇ ਹੁਣ ਤੁਸੀਂ ਬਠਿੰਡੇ ਸ਼ਹਿਰ ਦੀ ਗੱਲ ਕੀਤੀ ਹੈਗੀ ਆ, ਸਮੱਸਿਆ ਹੈਗੀ ਬਰਸਾਤੀ ਪਾਣੀ ਦੀ, ਉਹਦੇ ਲਈ ਤੁਹਾਡੇ ਕੋਲ ਕੀ ਯੋਜਨਾ, ਤੁਸੀਂ ਕੀ ਸੋਚਿਆ ਉਹਦੇ ਲਈ? ਮੈਂ ਦੇਖੋ ਟੈਕਨੀਕਲ ਬੰਦਾ ਨਹੀਂ, ਮੈਂ ਜ਼ਰੂਰ ਇਹ ਚਾਹੂੰਗਾ ਕਿ ਅਗਰ ਕੋਈ ਐਕਸਪਰਟ ਟੀਮ, ਪੁੱਛਾਂਗੇ ਬਹੁਤ ਸਾਰੇ ਇੰਜੀਨੀਅਰ ਨੂੰ ਜਾਂ ਹਾਈ ਅਫਸ ਦੇ ਉੱਤੇ, ਜਿਹੜੀ ਇਸ 'ਤੇ ਵਰਕਆਊਟ ਕਰੇ ਕਿ ਬੇਸ਼ੱਕ 1 ਟਾਈਮ ਇਨਵੈਸਟਮੈਂਟ ਪੈਸਾ ਲੱਗ ਜੇ, ਇਸ ਨੂੰ ਜੇ ਗ੍ਰੈਵਿਟੀ ਫਲੋ ਬਣਾਇਆ ਜਾ ਸਕਦੇ, ਫਿਰ ਬਾਰਿਸ਼ਾਂ ਦਾ ਪਾਣੀ ਖੜਨੋਂ ਹਟੂ। ਜੇ ਸਕਿੰਗ ਨਾਲ, ਜੇ ਪਾਣੀ ਮੋਟਰ ਨਾਲ ਖਿੱਚਦੇ, ਮੋਟਰ ਤੁਸੀਂ 100 ਦੀ ਲਾ ਦਿਓਗੇ, 200 ਦੀ, 400 ਦੀ, ਪਰ ਬਾਰਿਸ਼ ਜਦੋਂ ਕੁਦਰਤ ਪਾਣੀ ਛੱਡਦੀ ਹੈ, ਉਹ ਉਹਨੇ 1 ਘੰਟੇ 2 ਘੰਟੇ 3 ਘੰਟੇ ਛੱਡਣਾ ਅਤੇ ਮੋਟਰ ਨੇ ਉਸ ਨੂੰ ਕਈ ਗੁਣਾ ਵੱਧ ਘੰਟਿਆਂ ਦੇ ਵਿੱਚ ਜਾਂ ਦਿਨਾਂ ਦੇ ਵਿੱਚ ਉਸ ਨੂੰ ਅਪਲਿਫਟ ਕਰਨਾ। ਉਸ 'ਤੇ ਮੈਂ ਜ਼ਰੂਰ ਸਟੱਡੀ ਕਰਵਾਊਂਗਾ। ਮੈਂ ਪਹਿਲਾਂ ਵੀ ਇਸ 'ਤੇ ਬਤੌਰ ਚੇਅਰਮੈਨ ਪਲੈਨਿੰਗ ਬੋਰਡ ਯਤਨ ਕਰਦਾ ਰਿਹਾ। ਮੈਂ ਲੋਕਲ ਇੰਜੀਨੀਅਰ ਵੀ ਸੱਦੇ ਸੀ ਉਦੋਂ, ਪਰ ਉਹਨਾਂ ਦਾ ਕੋਈ ਜਵਾਬ ਤਸੱਲੀ ਬਖਸ਼ ਮੈਨੂੰ ਨਹੀਂ ਸੀ ਮਿਲਿਆ। ਹੁਣ ਮੇਰੇ 'ਤੇ ਜ਼ਿੰਮੇਵਾਰੀ ਵੱਡੀ ਹੈ ਜੀ, ਮੈਂ ਇਸ 'ਤੇ ਕੋਈ ਐਕਸਪਰਟ ਇੰਜੀਨੀਅਰ ਦੀ ਰਿਪੋਰਟ ਲੈ ਕੇ
ਸਰਕਾਰ ਨੂੰ ਬੇਨਤੀ ਕਰੂੰਗਾ ਕਿ ਵਨ ਟਾਈਮ ਸੈਟਲਮੈਂਟ ਬਠਿੰਡਾ ਸ਼ਹਿਰ ਔਡ ਐਂਡ ਈਵਨ ਹੈ, ਕੱਪ ਦੀ ਤਰ੍ਹਾਂ ਹੈ। ਵੀ ਇੱਥੇ ਸਾਰਾ ਕਿੰਨੇ ਕਿਊਸਕ ਫੁੱਟ ਪਾਣੀ ਪਿਛਲੇ 5 ਸਾਲ 'ਚ ਖੜਦਾ ਰਿਹਾ, ਕਿੰਨੇ ਕਿਊਸਕ ਬਾਰਿਸ਼ ਪਈ ਹੈ, ਲੋਐਸਟ ਪੁਆਇੰਟ ਕਿਹੜਾ ਹੈ, ਜੇ ਉੱਥੋਂ ਪਾਣੀ ਗ੍ਰੈਵਿਟੀ ਫਲੋ ਨਾਲ ਜਾਣਾ ਹੋਵੇ ਕਿਤੇ ਡੂੰਘੀ ਜਗ੍ਹਾ ਪੱਟ ਕੇ ਉਹਨੂੰ ਕਿਵੇਂ ਲਿਜਾਇਆ ਜਾ ਸਕਦਾ ਹੈ, ਇਹ ਇੰਜੀਨੀਅਰ ਨੂੰ ਡਿਊਟੀ ਲਵਾਂਗੇ ਜੀ। ਇੱਕ ਪਿਛਲੀ ਸਰਕਾਰ ਦੇ ਵੇਲੇ ਜਿਹੜਾ ਉਹਨਾਂ ਦੇ ਹਲਕਾ ਇੰਚਾਰਜ ਸੀ ਸਰਦਾਰ ਹਰਵਿੰਦਰ ਸਿੰਘ ਲਾਡੀ, ਉਹਨਾਂ ਵੱਲੋਂ ਦੋਸ਼ ਲਾਏ ਗਏ ਸੀ ਕਿ ਸਰਦਾਰ ਮਨਪ੍ਰੀਤ ਸਿੰਘ ਬਾਦਲ ਤੇ ਉਹਨਾਂ ਦੇ ਰਿਸ਼ਤੇਦਾਰ ਜੌਹਲ ਸਾਹਿਬ ਤੇ ਉਹਨਾਂ ਦੇ ਬੇਟੇ ਅਰਜੁਨ ਬਾਦਲ ਦੇ ਵੱਲੋਂ ਜਿਹੜੇ ਥਾਣੇ ਸੀਗੇ, ਥਾਣੇ ਠੇਕੇ ਦੇ ਦਿੱਤੇ ਹੋਏ ਸੀਗੇ। ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਿ ਆਮ ਲੋਕ ਕੀ ਐਕਸਪੈਕਟ ਕਰਨ, ਕੀ ਉਮੀਦ ਕਰਨ ਕਿ ਉਹ ਉਸੇ ਤਰ੍ਹਾਂ ਠੇਕਾ ਸਿਸਟਮ ਜਾਰੀ ਰਹੂਗਾ ਜਾਂ ਉਹਨਾਂ ਨੂੰ ਰਾਹਤ ਮਿਲੂਗੀ? ਆਮ ਆਦਮੀ ਪਾਰਟੀ ਠੇਕਾ ਸਿਸਟਮ ਦਾ ਸ਼ਬਦ ਖਤਮ ਕਰ ਦਿਓ, ਪਰ ਲਾਏ ਹੋਏ SHO ਤੋਂ ਇਹ ਆਸ ਕਰੂ ਕਿ ਲੋਕਾਂ ਨੂੰ ਇਨਸਾਫ ਮਿਲੇ, ਸ਼ਰੀਫ ਆਦਮੀ ਨੂੰ ਖਾਕੀ ਵਰਦੀ ਦਾ ਆਸਰਾ ਦਿਸੇ ਜੇ ਧੱਕਾ ਹੁੰਦਾ, ਤੇ ਮਾੜਾ ਕੰਮ ਕਰਨ ਵਾਲੇ ਨੂੰ ਖਾਕੀ ਵਰਦੀ ਤੋਂ ਡਰ ਲੱਗੇ, ਤਾਂ ਕਿ ਸਮਾਜ ਸ਼ਾਂਤੀ ਨਾਲ ਰਹਿ ਸਕੇ। ਆਮ ਆਦਮੀ ਪਾਰਟੀ ਦੀ ਇਹ ਤਰਜੀਹ ਹੋਊਗੀ। ਇੱਕ ਗੱਲ ਜਾਂਦੇ ਜਾਂਦੇ ਹੋਰ, ਹਾਲੇ ਤੁਹਾਡੇ ਜਿਹੜੇ ਹੈਗੇ ਆ ਓਫੀਸ਼ੀਅਲੀ ਸਰਕਾਰ ਬਣਨੀ ਹੈਗੀ ਹੈ, ਤੁਸੀਂ ਸਾਰੇ ਵਿਧਾਇਕ ਚੁਣੇ ਗਏ ਹੋ ਔਰ ਕੱਲ੍ਹ ਨੂੰ CM ਸਾਹਿਬ ਸਹੁੰ ਚੁੱਕਣਗੇ, ਪਰ ਆਮ ਆਦਮੀ ਪਾਰਟੀ ਦੇ ਜਿੱਤਣ ਤੋਂ ਬਾਅਦ, ਰਿਜ਼ਲਟ ਆਉਣ ਤੋਂ ਬਾਅਦ ਕਈ ਜਗ੍ਹਾ ਦੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਵੱਲੋਂ ਕਰਮਚਾਰੀਆਂ ਦੇ ਨਾਲ ਦਫ਼ਤਰਾਂ ਦੇ ਵਿੱਚ ਜਾ ਕੇ ਬਦਤਮੀਜ਼ੀ ਕਰਨ ਦੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆਈਆਂ ਨੇ, ਤਾਂ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਜਾਤੀ ਤੌਰ 'ਤੇ ਪਹਿਲਾਂ ਵੀ ਮੇਰੀ ਪਾਰਟੀ ਦੇ ਪਲੇਟਫਾਰਮ 'ਤੇ ਜਿਹੜੀ ਜਦੋਂ ਅਸੀਂ ਇਕੱਠੇ ਬੈਠਦੇ ਸੀ, ਇਹ ਕਹਿੰਦਾ ਰਿਹਾ ਸੀ ਸਾਡੀ ਪਾਰਟੀ ਦੇ ਵਿੱਚ ਰਾਜਨੀਤਿਕ ਕਈ ਬੰਦਿਆਂ ਦੀ ਮੈਚੋਰਿਟੀ ਨਹੀਂ ਹੁੰਦੀ ਜੀ। ਮੈਂ ਇਹਨੂੰ ਮਾੜਾ ਕਹਿੰਦਾ, ਮੈਨੂੰ ਚੰਗਾ ਨਹੀਂ ਕਹਿੰਦਾ ਜੀ। ਕਿਸੇ ਵੀ ਐਡਮਿਨਿਸਟ੍ਰੇਸ਼ਨ ਨੂੰ ਚਲਾਉਣ ਵਾਸਤੇ ਸਾਡੇ ਕੋਲ ਜਿਹੜੇ ਕਰਮਚਾਰੀ ਹੁੰਦੇ ਆ ਜੀ, ਉਹਨਾਂ 'ਚ ਨੁਕਸ ਹੋ ਸਕਦੇ ਆ। ਜੇ ਤੁਸੀਂ ਕਹੋ ਤੁਸੀਂ ਤੁਹਾਡੇ ਟੂਲ ਨੂੰ ਹੀ ਤੋੜਦੇ ਹੋ ਤੇ ਪ੍ਰਬੰਧ ਨੂੰ ਕਿਵੇਂ ਚਲਾਓਗੇ? ਉਹਨਾਂ ਨੂੰ ਪ੍ਰਬੰਧ ਸੁਧਾਰਨ ਵਾਸਤੇ ਕਹੋ, ਨਾ ਕਿ ਉਹਨਾਂ ਨੂੰ ਤੁਸੀਂ ਇਹ ਸਮਝੋਗੇ ਜੋ ਅਸੀਂ ਕਹੀਏ ਉਹ ਹੋ ਜੇ। ਫਿਰ ਤਾਂ ਡਿਕਟੇਟਰਸ਼ਿਪ ਰੁਝਾਨ ਜਿਹੜਾ ਲੋਕਾਂ ਨੇ ਪਹਿਲਾਂ ਨਕਾਰਿਆ, ਲੋਕਾਂ ਨੇ ਸਾਨੂੰ ਵੀ ਚੰਗਾ ਨਹੀਂ ਕਹਿਣਾ। ਅਸੀਂ ਸਾਡੇ ਵਲੰਟੀਅਰ ਨੂੰ ਮੈਂ ਤਾਂ ਬੇਨਤੀ ਵੀ ਕਰਦਾ, ਸਾਡੀ ਲੀਡਰਸ਼ਿਪ ਨੂੰ ਵੀ ਬੇਨਤੀ ਕਰਦਾ ਕਿ ਸਾਡੀ ਜਿਹੜੀ ਜ਼ਿਲ੍ਹਿਆਂ ਦੀਆਂ ਕਮੇਟੀਆਂ ਜਿਹੜੇ ਉਹਨਾਂ ਦੇ ਵਿੱਚ ਡਿਊਟੀਆਂ ਆਇਦ ਕਰਨੀਆਂ ਜੀ, ਉਹਨਾਂ ਨੂੰ ਕਿਹਾ ਜਾਵੇ ਵਲੰਟੀਅਰ ਨੂੰ ਵੀ ਜੇ ਤੁਸੀਂ ਕੰਮ ਕਹਿਣਾ ਤੇ ਆਹ ਪਲੇਟਫਾਰਮ ਹੈ, ਇਹਨਾਂ ਨੂੰ ਜਾ ਕੇ ਕਹੋ। ਉਹ ਬੰਦੇ ਸੁਚਾਰੂ ਢੰਗ ਦੇ ਨਾਲ, ਸਹੀ ਢੰਗ ਦੇ ਨਾਲ ਐਡਮਿਨਿਸਟ੍ਰੇਸ਼ਨ ਨਾਲ ਡੀਲ ਕਰਕੇ ਜਿੱਥੇ ਕਿਤੇ ਕੋਈ ਜ਼ਿਆਦਤੀ ਹੁੰਦੀ ਹੈ ਉਹਦੀ ਗੱਲ ਵੀ ਕਰਨ, ਜਿਹੜੇ ਕੰਮ ਹੋਣ ਵਾਲੇ ਉਹ ਕਰਵਾਉਣ ਵੀ, ਕਰਮਚਾਰੀ ਵੀ ਰਾਹਤ ਮਹਿਸੂਸ ਕਰਨ ਕਿ ਅਸੀਂ ਜਿਸ ਗੁਲਾਮੀ ਦੇ ਜੂਲੇ ਥੱਲੋਂ ਨਿਕਲੇ ਹਾਂ, ਜਿੱਥੇ ਸਾਥੋਂ ਧੱਕੇ ਨਾਲ ਨਜਾਇਜ਼ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਇਸ ਪਾਰਟੀ ਦੇ ਆਉਣ ਤੋਂ ਬਾਅਦ ਕੰਮ ਸਾਨੂੰ ਸਹੀ ਕਰਨਾ ਪੈ ਰਿਹਾ, ਪਰ ਲੋਕਾਂ ਦੇ ਅਧਿਕਾਰਾਂ ਦੇ ਲਈ ਸਾਨੂੰ ਇਨਸਾਫ ਦੇਣਾ ਪਊ ਔਰ ਉਹ ਦੇਣ ਲੱਗ ਜਾਣਗੇ ਜੀ। ਦੋਸਤੋ, ਇਹ ਸੀਗੇ ਸਰਦਾਰ ਜਗਰੂਪ ਸਿੰਘ ਜੀ ਗਿੱਲ, ਬਠਿੰਡਾ ਦੇ ਨਵੇਂ ਚੁਣੇ ਹੋਏ ਵਿਧਾਇਕ। ਇਹਨਾਂ ਨੇ ਬੜੇ ਕੀਮਤੀ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਔਰ ਤੁਹਾਡੇ ਨਾਲ ਵਾਅਦਾ ਕੀਤਾ ਕਿ ਬੜਾ ਵਧੀਆ ਸ਼ਾਸਨ ਤੁਹਾਨੂੰ ਦਿੱਤਾ ਜਾਊਗਾ ਔਰ ਤੁਹਾਨੂੰ ਸਰਕਾਰੀ ਦਰਬਾਰਿਆਂ ਦੇ ਵਿੱਚ ਜਿਹੜਾ ਹੈਗਾ ਉਹ ਧੱਕੇ ਨਹੀਂ ਖਾਣੇ ਪੈਣਗੇ ਔਰ ਤੁਹਾਨੂੰ ਜਿਹੜਾ ਹੈਗਾ ਕਿਸੇ ਨੂੰ ਆਪਣੇ ਜਿਹੜਾ ਸਹੀ ਕੰਮ ਕਰਾਉਣ ਦੇ ਲਈ ਕੋਈ ਰਿਸ਼ਵਤ ਨਹੀਂ ਦੇਣੀ ਪਊਗੀ। ਤਾਂ ਉਮੀਦ ਕਰਦੇ ਹਾਂ ਕਿ ਜੋ ਇਹਨਾਂ ਨੇ ਗੱਲਾਂ ਕਹੀਆਂ ਨੇ ਉਹਨਾਂ ਦੇ ਉੱਤੇ ਸਰਦਾਰ ਗਿੱਲ ਸਾਹਿਬ ਖੁਦ ਔਰ ਇਹਨਾਂ ਦੀ ਸਰਕਾਰ ਖਰਾ ਉਤਰੇਗੀ। ਗਿੱਲ ਸਾਹਿਬ, ਤੁਸੀਂ ਦੈਨਿਕ ਜਾਗਰਣ ਪਹੁੰਚੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ ਰਈ ਸਾਹਿਬ, ਬਹੁਤ ਬਹੁਤ ਧੰਨਵਾਦ। ਤੁਸੀਂ ਵਿਚਾਰ ਸਾਂਝੇ ਕਰਵਾਏ ਮੇਰੇ ਆਪ ਦੇ ਅਦਾਰੇ ਦੇ ਨਾਲ। ਜੀ, ਸ਼ੁਕਰੀਆ ਜੀ।